ਇਹ ਸ਼ਬਦ ਸ਼ਲੋਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਹੈ। ਇਹਦੇ ਵਿੱਚ ਸਤਿਗੁਰੂ ਨੇ ਦੱਸਿਆ ਕਿ ਸਿੱਖ ਦੇ ਜੀਵਨ ਦੇ ਅੰਦਰ ਗੁਰੂ ਦਾ ਕਿੰਨਾ ਵੱਡਾ ਰੋਲ ਹੈ, ਗੁਰੂ ਕਿੰਨਾ ਅਦੁੱਤੀ ਗੁਣਾਂ ਦਾ ਮਾਲਕ ਹੈ, ਗੁਰੂ ਕਿੰਨਾ ਅਦੁੱਤੀ ਗੁਣਾਂ ਦੇ ਨਾਲ ਭਰਪੂਰ ਆਪਣੇ ਕਲਾਵੇ ਵਿੱਚ ਲੈ ਕੇ ਸਮੁੱਚੀ ਮਾਨਵਤਾ ਨੂੰ ਉਸ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਗੋਦ ਵਿੱਚ ਉਹਦੇ ਗੁਣਾਂ ਵਿੱਚ ਰਤਨ ਦੇ ਲਈ ਸਾਡੇ ਜੀਵਨ ਨੂੰ ਤਤਪਰ ਕਰਦਾ ਹੈ। ਜਦੋਂ ਆਪਾਂ ਭੱਟ ਸਾਹਿਬਾਨਾਂ ਦੇ ਸਵਈਏ ਪੜ੍ਹਦੇ ਹਾਂ ਤੇ ਸਾਨੂੰ ਇੱਕ ਗੱਲ ਚੇਤੇ ਵਿੱਚ ਰੱਖਣੀ ਚਾਹੀਦੀ ਹੈ। ਇਹ ਸ਼ਬਦ ਸ਼ਲੋਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਹੈ। ਕਈ ਵਾਰੀ ਸਾਨੂੰ ਇਹ ਗੱਲਾਂ ਸੁਣਨ ਸੁਣਾਉਣ ਨੂੰ ਮਿਲ ਜਾਂਦੀਆਂ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਫਲਾਂ ਨੂੰ ਪ੍ਰਭਾਵਿਤ ਹੋ ਕੇ ਉਸ ਸੱਚੇ ਦੇ ਮਾਰਗ ਵਾਲੇ ਪਾਸੇ ਚੱਲੇ। ਸਾਨੂੰ ਭੱਟ ਸਾਹਿਬਾਨਾਂ ਦੇ ਇਹਨਾਂ ਬੋਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਤੁਸੀਂ ਵੇਖੋ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਤੱਕ ਭੱਟਾਂ ਦੇ ਸਵਈਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਦਰਜ ਹਨ। ਜਦੋਂ ਭੱਟ ਸਾਹਿਬਾਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਗੱਲ ਕਰਦੇ ਨੇ, ਉਹਨਾਂ ਤੋਂ ਪਹਿਲਾਂ ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਜ਼ਿਕਰ ਕਰਦੇ ਨੇ ਵੀ ਇਹ ਦਾਤ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਵੱਲੋਂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਨੂੰ ਨਸੀਬ ਹੋਈ ਹੈ। ਤੇ ਜਿਸ ਵਕਤ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਜ਼ਿਕਰ ਕਰਦੇ ਨੇ, ਉਹਨਾਂ ਤੋਂ ਪਹਿਲਾਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜ਼ਿਕਰ ਆਉਂਦਾ ਹੈ। ਜਦੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਗੱਲ ਕਰਦੇ ਨੇ, ਉਦੋਂ ਉਹ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਦਾ ਜ਼ਿਕਰ ਕਰਦੇ ਨੇ ਕਿ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਨੇ ਬਾਬੇ ਅਮਰਦਾਸ 'ਤੇ ਕਿਰਪਾ ਰਹਿਮਤ ਕਰਕੇ ਇਹ ਜੀਵਨ ਬਖਸ਼ਿਸ਼ ਕੀਤਾ। ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਗੱਲ ਕਰਦੇ ਹਨ ਭੱਟ ਸਾਹਿਬਾਨ, ਉਹ ਜ਼ਿਕਰ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ। ਤੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਗੱਲ ਭੱਟ ਸਾਹਿਬਾਨ ਕਰਦੇ ਨੇ, ਉਹ ਆਖਦੇ ਨੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਉਹ ਕਿਸੇ ਤੋਂ ਪ੍ਰਭਾਵਿਤ ਹੋ ਕੇ ਇਸ ਵਾਲੇ ਪਾਸੇ ਨਹੀਂ ਆਏ। ਭਾਈ ਗੁਰਦਾਸ ਜੀ ਨੇ ਤਾਂ ਇੱਥੋਂ ਤੱਕ ਬਚਨ ਬਾਣੀ, ਇੱਥੋਂ ਤੱਕ ਬਚਨ ਵਰਤ ਦਿੱਤੇ। ਇੱਥੋਂ ਤੱਕ ਬਚਨ ਵਰਤਦਿਆਂ ਹੋਇਆਂ ਉਹਨਾਂ ਆਖਿਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਉਹਨਾਂ ਦੀ ਤਸ਼ਬੀਹ ਜਿਹੜੀ ਹੈ ਉਹ ਸੂਰਜ ਦੇ ਨਾਲ ਕੀਤੀ ਹੈ, ਸ਼ੇਰ ਦੇ ਨਾਲ ਕੀਤੀ ਹੈ, ਸਿੰਘ ਦੇ ਨਾਲ ਕੀਤੀ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਗੱਲ ਕਰਦਿਆਂ ਹੋਇਆਂ ਉਹਨਾਂ ਨੇ ਆਖਿਆ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹਰ ਅਕਾਲ ਪੁਰਖ ਵਾਹਿਗੁਰੂ ਦੇ ਬਖਸ਼ੇ ਦੁਆਰਾ ਇਸ ਸੰਸਾਰ ਅੰਦਰ ਸਮੁੱਚੀ ਲੁਕਾਈ ਨੂੰ ਚੜ੍ਹਿਆ ਸੋਧਨ ਧਰਤ ਲੁਕਾਈ ਦੀ ਗੱਲ ਕੀਤੀ ਹੈ ਭਾਈ ਗੁਰਦਾਸ ਜੀਆਂ ਨੇ। ਤੇ ਜਦੋਂ ਬਾਬੇ ਲਹਿਣੇ ਜੀ ਦੀ ਗੱਲ ਕੀਤੀ ਹੈ ਤੇ ਆਖਿਆ ਲਹਿਣੇ ਪੰਥ ਧਰਮ ਕਾ ਕੀਆ ਅਮਰਦਾਸ ਭਲੇ ਕੋ ਦੀਆ ਤਿੰਨ ਸ੍ਰੀ ਰਾਮਦਾਸ ਸੋਢੀ ਥਿਰ ਥਪਿਓ। ਇੱਦਾਂ ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚ ਗੁਰੂ ਨਾਨਕ ਪਾਤਸ਼ਾਹ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਬਣਾਉਂਦੇ ਨੇ। ਲਹਿਣੇ ਸੇ ਅੰਗਦ ਕਰ ਦਿਆ, ਅੰਗਦ ਸੇ ਅੱਲਾ ਕਰ ਦਿਆ। ਗੁਰੂ ਆਪਣੇ ਵਿੱਚ ਸੰਪੂਰਨ ਹੈ। ਤੇ ਗੁਰੂ ਕੀ ਹੈ? ਗੁਰਦਾਤਾ। ਗੁਰੂ ਦਾਤਾ ਦੇਣ ਵਾਲਾ ਹੈ। ਤੇ ਗੁਰੂ ਵਰਗਾ ਦਾਤਾ ਇਸ ਸੰਸਾਰ ਦੇ ਅੰਦਰ ਹੋਰ ਹੈ ਵੀ ਕੋਈ ਨਹੀਂ। ਸਾਹਿਬਾਂ ਦੀ ਪਾਵਨ ਬਾਣੀ ਸਾਡੇ ਜੀਵਨ ਨੂੰ ਸਮਝਾਉਂਦੀ ਹੈ ਗੁਰਦਾਤਾ, ਗੁਰੂ ਦਾਤਾ ਦੇਣ ਵਾਲਾ ਹੈ। ਜਿੱਥੇ ਤਾਂ ਗੱਲ ਭਿਖਾਰੀਆਂ ਦੀ ਆਉਂਦੀ ਹੈ ਉੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਸਾਨੂੰ ਚੇਤੇ ਆਉਂਦੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਹਿੰਦੇ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਜਿੱਥੇ ਭਿਖਾਰੀਆਂ ਦੀ ਗੱਲ ਆਉਂਦੀ ਹੈ ਉੱਥੇ ਗੁਰੂਦੇਵ ਪਾਤਸ਼ਾਹ ਮਹਾਰਾਜ ਨੇ ਸਮੁੱਚੀ ਮਾਨਵਤਾ, ਸਮੁੱਚੀ ਲੁਕਾਈ ਨੂੰ ਭਿਖਾਰੀ ਆਖਿਆ। ਤੇ ਜਦੋਂ ਗੱਲ ਦਾਤੇ ਦੀ ਆਉਂਦੀ ਹੈ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਇਹ ਬੋਲ ਆਪਾਂ ਨਿਤਾ ਪ੍ਰਤੀ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਪੜ੍ਹਦੇ ਹਾਂ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ।
ਉਹ ਸਮੁੱਚੀ ਕਾਇਨਾਤ ਦਾ ਇੱਕੋ ਹੀ ਦਾਤਾ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦਿੰਦੈ ਟੋਟ ਨਾ ਆਵਈ, ਅਗਣਤ ਭਰੇ ਭੰਡਾਰ। ਉਸ ਮਾਲਕ ਦੇ ਘਰ ਵਿੱਚ ਇੰਨੇ ਭੰਡਾਰੇ ਭਰੇ ਪਏ ਨੇ, ਕਿਉਂਕਿ ਉਹ ਦੇਣ ਵਾਲਾ ਇੱਕੋ ਹੀ ਹੈ, ਇੱਕੋ ਹੀ ਦੇਣ ਵਾਲਾ ਹੈ। ਆਪਾਂ ਸੰਸਾਰ ਦੇ ਵਿੱਚ ਕੁਝ ਦਾਨ ਕਰਦੇ ਆ ਨਾ, ਦਾਤਾ ਅਸਲ ਵਿੱਚ ਉਹੋ ਹੀ ਹੈ ਜਿਹੜਾ ਕੁਝ ਦੇ ਸਕਦਾ ਹੋਵੇ, ਜਿਹੜਾ ਕੁਝ ਦੇ ਸਕਦਾ ਹੋਵੇ। ਇੱਕ ਸ਼ਬਦ ਸਾਡੇ ਕਲਚਰ ਦਾ ਹਿੱਸਾ ਬਣ ਗਿਆ, ਕੋਈ ਧਨ ਪਦਾਰਥ ਦੌਲਤ ਇਤਿਆਦਿਕ ਮਦਦ ਕਰਦਾ ਹੈ, ਆਪਾਂ ਕਹਿੰਦੇ ਇਹ ਦਾਨੀ ਸੱਜਣ ਹੈ, ਦਾਨੀ ਸੱਜਣ ਹੈ। ਚੇਤੇ ਵਿੱਚ ਰੱਖਿਓ, ਦਾਨੀ ਸੱਜਣ ਦਾਨ ਕਰਦਾ ਹੈ, ਉਹ ਇਸ ਗੱਲ ਦਾ ਆਪਣੇ ਜਿਹਨ ਵਿੱਚ ਚੇਤਾ ਰੱਖਦਾ ਹੈ ਵੀ ਜਿਹਦੇ ਕੋਲ 100 ਹੈ ਉਹ ਕੁਝ ਰੁਪਈਆਂ ਦੇ ਵਿੱਚ ਦਾਨ ਕਰਦਾ ਹੈ, ਜਿਹਦੇ ਕੋਲ ਹਜ਼ਾਰਾਂ ਨੇ ਉਹ 100 ਦੇ ਵਿੱਚ ਦਾਨ ਕਰਦਾ ਹੈ, ਜਿਹਦੇ ਕੋਲ ਲੱਖਾਂ ਨੇ ਉਹ ਹਜ਼ਾਰਾਂ ਵਿੱਚ ਦਾਨ ਕਰਦਾ ਹੈ, ਜਿਹਦੇ ਕੋਲ ਕਰੋੜਾਂ ਨੇ ਉਹ ਲੱਖਾਂ ਵਿੱਚ ਦਾਨ ਕਰਦਾ ਹੈ। ਇਹ ਕਦੀ ਨਹੀਂ ਹੋਇਆ ਵੀ ਜਿਹਦੇ ਕੋਲ ਜਿੰਨੇ ਆ ਉਹਨੇ ਸਾਰੇ ਦੇ ਸਾਰੇ ਦਾਨ ਕਰ ਦਿੱਤੇ ਹੋਣ, ਕਿਉਂਕਿ ਉਹ ਆਪ ਭਿਖਾਰੀਆਂ ਦੀ ਲਾਈਨ ਵਿੱਚ ਖਲੋ ਜਾਏਗਾ। ਤੇ ਇਹ ਕੁਝ ਜਿਹੜਾ ਦਾਨ ਕਰ ਰਿਹਾ, ਜਿਹਨੂੰ ਆਪਾਂ ਦਾਨੀ ਸੱਜਣ ਕਹਿ ਰਹੇ ਹਾਂ, ਇਹ ਕਿੰਨਾ ਕੁਝ ਦਾਨ ਕਰ ਰਹੇ। ਪਹਿਲਾਂ ਤੁਸੀਂ ਵੇਖੋ ਵੀ ਇਹ ਇੱਥੋਂ ਤੱਕ ਪਹੁੰਚਿਆ ਕਿਵੇਂ ਹੈ। ਇਹਨੇ ਕਿੰਨੀ ਵਾਰ ਮੱਥੇ ਰਗੜੇ ਹੋਣਗੇ, ਇਹਨੇ ਕਿੰਨੀ ਵਾਰ ਦਾਤਾਂ ਮੰਗੀਆਂ ਹੋਣਗੀਆਂ ਦਾਤੇ ਦੇ ਕੋਲੋਂ, ਇਹਨੇ ਕਿੰਨੀ ਵਾਰ ਤਰਲੇ ਤੇ ਅਰਦਾਸਾਂ ਕੀਤੀਆਂ ਹੋਣਗੀਆਂ, ਮਹਾਰਾਜ ਮੈਨੂੰ ਆਹ ਦੇ ਤੇ ਮੈਂ ਆਹ ਦਾਨ ਕਰ ਦੇਵਾਂਗਾ, ਆਹ ਦੇ ਤੇ ਆਹ ਦਾਨ ਕਰ ਦੇਵਾਂਗਾ। ਹੁਣ ਇਹ ਜਥੇ ਪਾਸੋਂ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਸ਼ਰਵਣ ਕਰ ਰਹੇ ਸਾਂ। ਮਹਾਰਾਣੀ ਜਿੰਦ ਕੌਰ ਕਿਸੇ ਤਰੀਕੇ ਦੇ ਨਾਲ ਕਿਲ੍ਹੇ ਵਿੱਚ ਦੀ ਕੈਦ ਵਿੱਚੋਂ ਗੋਲੀ ਦੀ ਸਹਾਇਤਾ ਨਾਲ ਨਿਕਲਣ ਦੇ ਲਈ ਕਾਮਯਾਬ ਹੋ ਗਏ। ਨੇਪਾਲ ਵਾਲੇ ਪਾਸੇ ਨੂੰ ਤੁਰਦੇ ਨੇ। ਹੁਣ ਮਹਾਰਾਣੀ ਜਿੰਦ ਕੌਰ ਉਹ ਹੈ, ਸਰਦਾਰਾਂ ਦੇ ਘਰੀ ਜੰਮੀ ਪਲੀ ਹੈ। ਉਹਨੂੰ ਨਹੀਂ ਪਤਾ ਵੀ ਭੁੱਖ ਕੀ ਹੈ, ਉਹਨੂੰ ਨਹੀਂ ਪਤਾ ਵੀ ਉਡੀਕ ਕੀ ਹੈ, ਉਹਨੂੰ ਨਹੀਂ ਪਤਾ ਵੀ ਮੰਗਣਾ ਕਿਵੇਂ ਹੈ। ਉਹਦੇ ਜੀਵਨ ਵਿੱਚ 4 ਚੰਨ ਉਦੋਂ ਲੱਗ ਗਏ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਣੀ ਬਣ ਲਾਹੌਰ ਦੇ ਦਰਬਾਰ ਵਿੱਚ ਉਹਨੇ ਪੈਰ ਪਾਏ ਨੇ। ਇਤਿਹਾਸਕਾਰ ਲਿਖਦੇ, ਆਖਦੇ ਮਹਾਰਾਣੀ ਜਿੰਦ ਕੌਰ ਜਦੋਂ ਉੱਠਦੀ, ਗੁਰੂ ਸਾਹਿਬ ਨੂੰ ਨਮਸਕਾਰ ਕਰਨ ਤੋਂ ਬਾਅਦ ਉਹਦਾ ਪਹਿਲਾ ਕਰਮ ਹੋਇਆ ਕਰਦਾ, ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਨ ਤੋਂ ਬਾਅਦ ਅਗਲੇਰਾ ਕਰਮ ਜਿਹੜਾ ਹੋਇਆ ਕਰਦਾ, ਉਹ ਕੁਝ ਲੋੜਵੰਦਾਂ ਨੂੰ ਜਿਹਨੂੰ ਵੀ ਜੋ ਚਾਹੀਦਾ, ਕਿਸੇ ਨੂੰ ਮੋਹਰਾਂ ਚਾਹੀਦੀਆਂ ਨੇ, ਕਿਸੇ ਨੂੰ ਕੱਪੜਾ ਚਾਹੀਦਾ ਹੈ, ਕਿਸੇ ਨੂੰ ਖਾਣ ਲਈ ਆਟਾ ਚਾਹੀਦਾ ਹੈ, ਦਾਲ ਚਾਹੀਦਾ, ਜੋ ਇਤਿਆਦਿਕ ਵੀ ਜਿਹਦੀ ਲੋੜ ਹੈ, ਮਹਾਰਾਣੀ ਜਿੰਦ ਕੌਰ ਮਹਾਰਾਜ ਸਾਹਿਬ ਨੂੰ ਮੱਥਾ ਟੇਕਣ ਤੋਂ ਬਾਅਦ ਸਾਰਿਆਂ ਨੂੰ ਵੰਡਦੀ ਹੈ। ਉਹਦੇ ਜੀਵਨ ਦਾ ਨਿੱਤਾ ਪ੍ਰਤੀ ਦਾ ਕਰਮ ਹੈ। ਗੋਲੀ ਦੀ ਸਹਾਇਤਾ ਨਾਲ ਕਿਲ੍ਹੇ ਵਿੱਚੋਂ ਜਦੋਂ ਰਾਜ ਭਾਗ ਚਲਾ ਗਿਆ, ਗੋਲੀ ਦੀ ਸਹਾਇਤਾ ਨਾਲ ਕਿਲ੍ਹੇ ਦੇ ਵਿੱਚੋਂ ਨਿਕਲਣ ਦੇ ਲਈ ਕਾਮਯਾਬ ਹੋਏ। ਨੇਪਾਲ ਵਾਲੇ ਪਾਸੇ ਨੂੰ ਤੁਰਦੇ ਨੇ। ਨੇਪਾਲ ਵਾਲੇ ਪਾਸੇ ਨੂੰ ਜਾਂਦਿਆਂ ਹੋਇਆਂ ਕਿੰਨਾ ਸਫ਼ਰ ਤੈਅ ਕੀਤਾ ਗੋਲੀ ਨੇ ਤੇ ਮਹਾਰਾਣੀ ਜਿੰਦ ਕੌਰ ਨੇ। ਕਿੰਨਾ ਸਫ਼ਰ ਤੈਅ ਕੀਤਾ, ਕਿੰਨਾ ਲੰਬੇਰਾ ਸਫ਼ਰ ਤੈਅ ਕੀਤਾ ਉਹਨਾਂ ਨੇ। ਭੁੱਖ ਲੱਗੀ ਮਹਾਰਾਣੀ ਨੂੰ। ਆਖਿਆ ਆਪਣੇ ਨਫਰ ਨਾਲ ਜਿਹੜੀ ਗੋਲੀ ਹੈ ਉਹਨੂੰ, ਉਹ ਇੱਕ ਡੇਰੇ ਦੇ ਵਿੱਚ ਗਈ ਤੇ ਵਾਪਸ ਪਰਤ ਕੇ ਆਈ। ਆਖਿਆ ਮਹਾਰਾਣੀ ਜਿੰਦ ਕੌਰ, ਉਹਨਾਂ ਆਖਿਆ ਲੰਗਰ ਵਰਤਣ ਵਾਲਾ ਹੈ, ਜਿਹਨੇ ਵੀ ਛਕਣਾ ਇੱਥੇ ਪੰਗਤ ਵਿੱਚ ਆ ਕੇ ਬਹਿ ਜਾਏ, ਛਕ ਕੇ ਚਲਾ ਜਾਏ, ਘਰ ਨਾਲ ਲਿਜਾਣ ਵਾਸਤੇ ਕਿਸੇ ਨੂੰ ਨਹੀਂ ਦਿੱਤਾ ਜਾਏਗਾ। ਮਹਾਰਾਣੀ ਜਿੰਦ ਕੌਰ ਗਏ। ਪੰਗਤ ਵਿੱਚ ਬੈਠੇ ਇੱਕ ਸੇਵਾਦਾਰ ਆਇਆ, ਉਹਨੇ ਕੇਲੇ ਦੇ ਪੱਤਲ ਮਹਾਰਾਣੀ ਜਿੰਦ ਕੌਰ ਦੇ ਹੱਥ ਵਿੱਚ ਰੱਖੇ। ਦੂਸਰਾ ਸੇਵਾਦਾਰ ਆਇਆ, ਹਾਂਡੀ ਵਿੱਚੋਂ ਲੱਪ ਭਰੀ ਹਰ ਦੀ ਦਾਲ ਦੀ ਤੇ ਮਹਾਰਾਣੀ ਜਿੰਦ ਕੌਰ ਦੇ ਬੁੱਕ ਵਿੱਚ ਰੱਖ ਦਿੱਤੀ।
महारानी जिंद कौर का गच भर आया। गोली ने दिलासा दिता, सुबह भुख लगी, छक गई। बोली कुछ ना, तुरे आए, किन्ना समा सफ़र तय होया। गोली ने महारानी जिंद कौर नूं आखिया, महारानी मैनू मैं महसूस कर सकती हाँ वो पीड़, मैं तेरे अंदर दी भावना नूं महसूस कर सकती हाँ जिहड़ी राज भाग दी मलका होया करदी सी, ਜਿਹੜੇ ਹੀਰੇ ਜਵਾਹਰਾਤ ਮੋਤੀਆਂ ਆਪਣੇ ਹੱਥਾਂ ਵਿੱਚ ਆਪਣੇ ਹੱਥਾਂ ਨਾਲ ਦਾਨ ਕਰਿਆ ਕਰਦੀ ਸੀ। ਉਹਨੂੰ ਹਰ ਹਰ ਦੀ ਦਾਲ ਉਹ ਵੀ ਕੇਲੇ ਦੇ ਪੱਤਲਾਂ 'ਤੇ ਰੱਖ ਕੇ ਖਾਣੀ ਪਈ ਹੈ, ਉਹਦੇ ਜੀਵਨ 'ਤੇ ਕੀ ਬੀਤਦੀ ਹੋਵੇਗੀ। ਮਹਾਰਾਣੀ ਬੋਲੀ ਕੁਝ ਨਾ, ਇੱਕਦਮ ਚੁੱਪ ਹੋਈ, ਫਿਰ ਜਵਾਬ ਦਿੱਤਾ, ਆਖਿਆ ਨਹੀਂ, ਮੈਨੂੰ ਇਸ ਗੱਲ ਦਾ ਦੁੱਖ ਨਹੀਂ ਹੈ, ਇਸ ਗੱਲ ਦੀ ਪੀੜਾ ਨਹੀਂ ਹੈ। मैं तो अपने मन ही मन ये चीज़ सोच रही सां भी लाहौर के किले विच मेरे उठण तो पहला लोड़वंद कतारां बना के खलो जाया करते सन भी किते साडी वारी ना लंघ जाए, किते साडी वारी ना लंघ जाए। वो महारानी जिंद कौर जिहड़े निता प्रति अपने जीवन दे विचों किन्ना कुछ लोड़वंदां नूं दया करदी सी। संसार की दौलत तुहाडे जीवन विच घट ते वध सकती है, संसार की दौलत तुहाडे जीवन तो खैड़ा छुड़ा सकती है, पासे हो सकती है। संसार की दौलत तुहानूं भिखारियां की लाइन विच खड़ा कर सकती है। संसार की दौलत आउंदी भी है ते चले भी जाती है। तुसीं गुरबाणी दे विच पढ़दिआं होइआं किते ये नहीं वेखोगे भी सतगुर दाता जिहड़ा है वो कंगाल है, नहीं, वो बरकतां रहमतां खजानिਆਂ ਦਾ घर है। भगत कबीर साहब जी का जीवन वेखिए, भगत नामदेव साहब जी का जीवन देखिए, भगत त्रिलोचन जी का जीवन देखिए, ईवन 15 भगत साहिबाना भट्ट साहिबाना का जीवन आपां तकदे आ, उन्हां वो आर्थिक पक्ष ते तां कमज़ोर हो सकते ने, आर्थिक पक्ष ते तां गरीबी उन्हां दे जीवन विच हो सकती है, सुख सहूलतां साधना वालियां पासों, पर उन्हां नूं किते कंगाल नहीं लिखिया, उन्हां नूं किते कंगाल नहीं लिखिया। भगत साहिबान तां अपनी पावन बाणी दे विच इत्थों तक वरतदे ने, वो कहंदे मैनूं एवें लगदा है ये बनारस दे जिहड़े आसे पासे रहण वाले जिन्ने भी ब्राह्मण ने अपने आप नूं उच्च जाति वाले अखाउंदे ने, मैनूं एवें लगदा है, मैनूं एवें लगदा है जिवें ये सारे एक दूजे की खुशामद दे भुखे होवन। इन्हां नूं कोई दो शब्द इन्हां दी वडियाई बारे बोले तो ये वड्डे ने, कोई आके इन्हां नूं झुक के सलाम करे तो ये वड्डे ने। अज साडा जीवन भी इदां दा ही है ना, असीं दुनिया की अजीम दौलत सुख अपने जीवन दे विच अपनाउणा चाहुंदे हां, लभना चाहुंदे हां, हंडाउणा चाहुंदे हां। कई कर्म साडे जीवन दे संसार दे अंदर वापरदे ने सुख लभण दे लई, सुख हंडाउण दे लई, सुख नूं जीउण दे लई। तुसीं वेखो जदों दुनिया की धन पदार्थ दौलत जदों जिन्हां नूं असीं सुख साधन मनदे हां वो सारा कुछ साडे जीवन विच आ जाए, फिर भी साडे जीवन विच सुख ना आए, फिर साडे तो वड्डा कंगाल कौन होवेगा। फिर भी मन विच टिका ना आया, फिर भी मन विच शांत ना आई, फिर भी मन सह सुभाअ ते सुख आनंद मान ही जीवन के अंदर ना सकिया, फिर साडे तो वड्डा कंगाल इस संसार के अंदर कोई नहीं होएगा। गुरु नानक पातशाह महाराज कहते गुर दाता, गुरु दाता देने वाला है। किहड़ी दात देने वाला है? साहिब दी पावन बाणी विचों पावन बाणी विचों पढ़िए। साहिब कहते सतगुर दाता राम नाम का, होर दात कोई नाही। सतगुर दाता राम नाम का, सतगुरु तो दाता है, राम नाम का दाता है। तो असी दात के रूप में की मंगते हैं मालक तो?
ਕਿਹੜੀ ਕਿਹੜੀ ਚੀਜ਼ ਮੰਗਦੇ ਆ। ਤੇ ਇਹ ਗੱਲਾਂ ਲਿਖਵਾਈ, ਇਹ ਪੰਕਤੀ ਮਹਾਰਾਜ ਦੀ ਆਪਾਂ ਲਿਖਵਾਈ ਹੁੰਦੀ ਹੈ, ਇਹ ਪੀ ਦਾਤ ਤੇਰੀ ਦਾਤਾਰ। ਇਹਦੇ ਤੋਂ ਪਹਿਲੀਆਂ ਪੰਕਤੀਆਂ ਪੜ੍ਹ ਕੇ ਵੇਖੀਏ। ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਪੀ ਦਾਤ ਤੇਰੀ ਦਾਤਾਰ। ਇਹ ਵੀ ਤੇਰੀਆਂ ਦਾਤਾਂ ਦੇ ਵਿੱਚ ਗਿਣਤੀ ਗਿਣੀ ਜਾਂਦੀ ਹੈ, ਪਰ ਨਹੀਂ, ਸਾਨੂੰ ਆਪਣੇ ਮਿੱਥੇ ਹੋਏ, ਆਪਣੀ ਸੋਚ ਅਨੁਸਾਰ ਡਿਫਾਈਨ ਕੀਤਾ ਹੋਇਆ ਸੁੱਖ ਚਾਹੀਦਾ ਹੈ। ਤੇ ਉਸ ਸੁੱਖ ਦੀ ਸਾਧਨ ਦੀ ਲੱਭਣ ਦੇ ਲਈ ਮਨੁੱਖ ਦਾ ਜੀਵਨ ਕੀ ਕੁਝ ਨਹੀਂ ਇਸ ਸੰਸਾਰ ਦੇ ਅੰਦਰ ਕਰਦਾ, ਕੀ ਕੁਝ ਨਹੀਂ ਇਸ ਸੰਸਾਰ ਦੇ ਅੰਦਰ ਕਰਦਾ। ਮਹਾਰਾਜ ਕਹਿੰਦੇ ਗੁਰੂ ਦਾਤਾ ਦੇਣ ਵਾਲਾ ਹੈ, ਗੁਰੂ ਦਾਤਾ ਹੈ। ਆਪਾਂ ਹੁਕਮਨਾਮੇ ਦੇ ਰੂਪ ਵਿੱਚ ਵੀ ਇਹ ਪੰਕਤੀਆਂ ਪੜ੍ਹਦੇ ਹਾਂ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਦਾਤੇ ਨੇ ਦਾਤ ਆਪਣੇ ਹੱਥ ਵਿੱਚ ਹੈ, ਦਾਤਾ ਦੀ ਮਰਜ਼ੀ ਹੈ, ਕਿਉਂਕਿ ਉਹ ਨਾ ਕਿਸੇ ਨੂੰ ਦੇਣ ਲੱਗਿਆ ਨਾ ਕਿਸੇ ਤੋਂ ਲੈਣ ਲੱਗਿਆ ਪੁੱਛਦਾ ਹੀ ਨਹੀਂ ਹੈ। ਕਿਹਨੂੰ ਕਿਹੜੀ ਚੀਜ਼ ਦੇਣੀ ਹੈ ਤੇ ਕਿਹੜੀ ਚੀਜ਼ ਕਿਹਦੇ ਤੋਂ ਲੈਣੀ ਹੈ ਉਹ ਪੁੱਛਦਾ ਨਹੀਂ ਹੈ ਕਿਸੇ ਕੋਲੋਂ, ਕਿਸੇ ਕੋਲੋਂ ਵੀ ਨਹੀਂ ਪੁੱਛਦਾ। ਬਾਣੀ ਦਾ ਵਾਕ ਸਾਂਝਾ ਕਰਾਂ, ਸਾਹਿਬ ਕਹਿੰਦੇ ਪੁੱਛ ਨਾ ਸਾਜੈ, ਪੁੱਛ ਨਾ ਢਾਹੈ, ਪੁੱਛ ਨਾ ਦੇਵੇ ਲੈ। ਉਹ ਦੇਣ ਲੱਗਿਆਂ, ਲੈਣ ਲੱਗਿਆਂ, ਢਾਉਣ ਲੱਗਿਆਂ, ਬਣਾਉਣ ਲੱਗਿਆਂ ਉਹ ਪੁੱਛਦਾ ਕਿਸੇ ਤੋਂ ਨਹੀਂ ਹੈ, ਕਿਉਂਕਿ ਉਹ ਆਪਣੇ ਆਪ ਵਿੱਚ ਸੰਪੂਰਨ ਹੈ। ਜਿਹਨੂੰ ਆਪਾਂ ਜਪਜੀ ਸਾਹਿਬ ਦੀ ਪਾਵਨ ਬਾਣੀ ਵਿੱਚੋਂ ਪੜ੍ਹਦੇ ਹਾਂ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਸਦੀਵ ਕਾਲ ਹੈ। ਗੁਰ ਦਾਤਾ ਗੁਰ ਹਿਵੈ ਕਰ। ਹਿਮ ਕਹਿੰਦੇ ਨੇ ਠੰਡਕ ਦੇ ਸੋਮੇ ਨੂੰ, ਠੰਡਕ ਦੇ ਸੋਮੇ ਨੂੰ। ਹੇਵਾਂ ਬਰਫ਼, ਠੰਡਕ ਦਾ ਸੋਮਾ। ਗੁਰੂ ਠੰਡਕ ਦਾ ਸੋਮਾ ਵੀ ਹੈ। ਗੁਰੂ ਸਾਡੇ ਜੀਵਨ ਨੂੰ ਠੰਡਿਆਂ ਠਾਰ ਕਰਨ ਵਾਲਾ ਹੈ। ਹੋ ਸਕਦਾ ਹੈ ਮਨੁੱਖ ਦੇ ਕੋਲ ਠੰਡਕ ਦੇ ਸਾਰੇ ਸੁੱਖ ਸਹੂਲਤਾਂ ਸਾਧਨ ਨੇ, ਏਸੀ ਲੱਗੇ ਹੋਏ ਨੇ, ਪੱਖੇ ਚੱਲ ਰਹੇ ਨੇ, ਕੂਲਰ ਚੱਲ ਰਹੇ ਨੇ, ਪਰ ਬੰਦਾ ਮਨ ਕਰਕੇ ਕਿੰਨਾ ਤਪਿਆ ਹੋਇਆ ਹੈ, ਉਹ ਕਿੰਨਾ ਚਿੰਤਾ ਵਿੱਚ ਹੈ। ਉਹ ਏਸੀਆਂ ਦਾ ਆਨੰਦ ਮਾਣਦਿਆਂ ਹੋਇਆਂ ਵੀ ਕਿੰਨਾ ਕ੍ਰੋਧੀ ਹੈ, ਕਿੰਨਾ ਲੋਭੀ ਹੈ, ਕਿੰਨੇ ਲੋਭ ਦੇ ਵਿੱਚ ਉਹਦਾ ਜੀਵਨ ਤਪਿਆ ਹੋਇਆ ਹੈ। ਸਾਹਿਬ ਧਨਾਸਰੀ ਰਾਗ ਵਿੱਚ ਬਾਣੀ ਦੇ ਬਚਨ ਵਰਤਦਿਆਂ ਹੋਇਆਂ ਕਹਿਣ ਲੱਗੇ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਤਪ ਤਪ ਕੇ ਤੇ ਖਪ ਰਿਹਾ ਹੈ, ਖਪ ਖਪ ਕੇ ਤਪ ਰਿਹਾ ਹੈ। ਖਪ ਵੀ ਰਿਹਾ ਹੈ ਤੇ ਤਪ ਵੀ ਰਿਹਾ ਹੈ। ਕਿਉਂ ਤਪ ਰਿਹਾ ਹੈ? ਮੇਰੇ ਮਾਲਕ ਤੋਂ ਪੁੱਛੀਏ ਵੀ ਮਹਾਰਾਜ ਗੱਲ ਕੀ ਹੈ, ਤਪਣ ਦਾ ਕਾਰਨ ਕੀ ਹੈ? ਤਪਣ ਦਾ ਕਾਰਨ ਕੀ ਹੈ? ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਜਿਵੇਂ ਪੱਕਾ ਰੋਗੀ ਵਿਲਕ ਲਾਉਂਦਾ ਹੈ ਨਾ, ਮਹਾਰਾਜ ਕਹਿੰਦੇ ਜਿਹਦੇ ਤਨ ਵਿੱਚੋਂ, ਜਿਹਦੇ ਮਨ ਵਿੱਚੋਂ ਮਾਲਕ ਦੀ ਬਾਣੀ ਵਿਸਰ ਗਈ ਹੈ ਨਾ, ਉਹਦਾ ਜੀਵਨ ਇੱਦਾਂ ਦਾ ਬਣ ਜਾਏਗਾ। ਉਹ ਵਿਲਕਦਾ ਫਿਰੇਗਾ, ਉਹਦਾ ਜੀਵਨ ਵਿਲਕ ਰਿਹਾ ਹੈ, ਇਸ ਸੰਸਾਰ ਦੇ ਅੰਦਰ ਤੜਫੜਿਆ ਹੈ, ਕਦੀ ਕ੍ਰੋਧ ਵਿੱਚ, ਕਦੀ ਲੋਭ ਵਿੱਚ, ਕਦੀ ਹਉਮੈ ਵਿੱਚ, ਕਦੀ ਹੰਕਾਰ ਵਿੱਚ। ਪਾਵਨ ਬਾਣੀ ਆਖਦੀ ਹੈ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਇਹਨਾਂ ਦੇ ਵਿੱਚ ਕਿਤੇ ਕ੍ਰੋਧੀ ਹੋ ਜਾਂਦਾ ਆ, ਤਪ ਰਿਹਾ ਹੈ ਨਾ, ਜਿਉਂ ਤਪਤ ਹੈ ਬਾਰੋ ਬਾਰ। ਤਪ ਤਪ ਖਪੈ ਬਹੁਤ ਬੇਕਾਰ। ਉਹਦੇ ਜੀਵਨ ਵਿੱਚੋਂ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲੜਾਏ। ਜਿਵੇਂ ਪੱਕਾ ਰੋਗੀ ਵਿਲਕਲਾ ਰਿਹਾ ਹੈ ਨਾ, ਉਵੇਂ ਸਾਡੇ ਸਮਾਜ ਦੀ ਅੱਜ ਹਾਲਤ ਬਣੀ ਪਈ ਹੈ, ਉਵੇਂ ਸਾਡੇ ਸਮਾਜ ਦੀ ਹਾਲਤ ਬਣੀ ਪਈ ਹੈ। ਦੂਜਿਆਂ ਦੇ ਸੁੱਖ ਵੇਖਦੇ ਹੋਏ ਹੀ ਬੰਦੇ ਤੜਫੀ ਜਾ ਰਿਹਾ। ਤੇ ਮਾਲਕ ਕਹਿੰਦੇ ਗੁਰੂ ਦੇ ਕੋਲ ਆ,
ਗੁਰੂ ਠੰਡਕ ਦਾ ਸੌਮਾ ਹੈ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ। ਤੇ ਕੀ ਕਰਨਾ ਪਏਗਾ ਮਹਾਰਾਜ? ਕੀ ਕਰਨਾ ਪਏਗਾ? ਗੁਰੂ ਦੇ ਕੋਲ ਆ ਕੇ ਕਰਨਾ ਕੀ ਪਏਗਾ? ਮਹਾਰਾਜ ਕਹਿੰਦੇ ਆਪ ਤਜੋ ਗੋਬਿੰਦ ਭਜੋ, ਸ਼ਰਨ ਪਰੋ ਹਰ ਰਾਏ। ਆਪਾ ਛੱਡ, ਮਨ ਦੀ ਮੱਤ ਛੱਡ। ਜਦੋਂ ਮਨ ਦੀ ਮੱਤ ਛੱਡੇਗਾ ਫਿਰ ਅਗਲਾ ਸਟੈਪ ਇਹ ਹੋਏਗਾ, ਤੇਰੇ ਜੀਵਨ ਵਿੱਚ ਸਹਿਜ ਆਏਗਾ, ਧਰਮ ਉਤਪੰਨ ਹੋਏਗਾ, ਦਇਆ ਦੀ ਭਾਵਨਾ ਤੇਰੇ ਜੀਵਨ ਦੇ ਵਿੱਚ ਪੈਦਾ ਹੋਏਗੀ। ਇਹ ਤਾਂ ਹੋਏਗਾ ਜਦੋਂ ਮਹਾਰਾਜ ਕਹਿੰਦੇ ਗੁਰੂ ਦੇ ਕੋਲ ਤੇਰਾ ਜੀਵਨ ਆਏਗਾ। ਜਦੋਂ ਗੁਰੂ ਕੋਲ ਆਏਗਾ ਫਿਰ ਗੁਰੂ ਬਰਕਤਾਂ ਦਾ ਖਜ਼ਾਨਾ ਹੈ, ਤੇਰੇ ਤੇ ਰਹਿਮਤ ਕਰਦਿਆਂ ਹੋਇਆਂ, ਤੇਰੇ ਤੇ ਤਰਸ ਕਰਦਿਆਂ ਹੋਇਆਂ ਤੇਰੇ ਜੀਵਨ ਨੂੰ ਇਸ ਸੰਸਾਰ ਦੇ ਅੰਦਰ ਠੰਡਾ ਠਾਰ ਸ਼ਾਂਤ ਕਰ ਦੇਗਾ। ਸਾਹਿਬ ਦੀ ਪਾਵਨ ਬਾਣੀ ਆਖਦੀ ਹੈ, ਰਸਨਾ ਗੁਣ ਗੋਪਾਲ ਨਿਧ ਗਾਇਨ। ਗੁਰੂ ਦੇ ਕੋਲ ਆ ਕੇ ਕਰਨਾ ਕੀ ਹੈ? ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹੱਸ ਮਨ ਉਪਜਿਓ, ਸਗਲੇ ਦੁਖ ਪਲਾਇਨ। ਇਹ ਗੁਰੂ ਤੇਰੇ ਦੁੱਖ ਹਰਨ ਵਾਲਾ ਹੈ। ਗੁਰੂ ਤੇਰੇ ਤਪ ਰਹੇ ਮਨ ਨੂੰ ਠਾਰ ਦੇਗਾ। ਗੁਰੂ ਤੇਰੇ ਤਪ ਰਹੇ ਮਨ ਨੂੰ ਚਿੰਤਾ ਮੁਕਤ ਕਰ ਦੇਗਾ। ਪਰ ਸ਼ਰਤ ਇਹ ਹੈ ਵੀ ਆਪਾ ਤਿਆਗ ਕੇ ਗੁਰੂ ਕੋਲ ਆਉਣਾ ਪਵੇਗਾ। ਜਦੋਂ ਆਪਾ ਤਿਆਗ ਦੇਗਾ, ਜਦੋਂ ਆਪਾ ਸਮਰਪਣ ਕਰ ਦੇਗਾ ਗੁਰੂ ਨੂੰ, ਉਦੋਂ ਫਿਰ ਗੁਰੂ ਮਿਹਰਾਮਤ ਬਖਸ਼ਿਸ਼ ਕਰਦਾ ਹੈ। ਆਪਾਂ ਰੋਜ਼ਾਨਾ ਬਾਣੀ ਵਿੱਚੋਂ ਪੜ੍ਹਦੇ ਹਾਂ, ਗੁਰੂ ਇੰਨੀਆਂ ਬਰਕਤਾਂ ਨਾਲ ਭਰ ਦੇਗਾ। ਅਰਦਾਸ ਦੇ ਰੂਪ ਵਿੱਚ ਦਾਤੇ ਕੋਲੋਂ ਮੰਗੀਏ, ਤਰਸ ਪਿਆ ਮੇ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਤਰਸਵਾਨ ਹੋਏਗਾ ਮਾਲਕ ਤੇਰੇ ਜੀਵਨ ਦੇ ਉੱਤੇ। ਤਰਸ ਕਰਕੇ ਤੇਰੇ ਜੀਵਨ ਨੂੰ ਵੀ ਇਸ ਸੰਸਾਰ ਦੇ ਅੰਦਰ ਯੋਗ ਬਣਾ ਦੇਗਾ, ਚੰਗਾ ਬਣਾ ਦੇਗਾ। ਪਰ ਇੱਕ ਵਾਰ ਤੂੰ ਆਪਾ ਤਿਆਗ ਕੇ ਗੁਰੂ ਦੇ ਚਰਨਾਂ ਵਿੱਚ ਟਹਿ ਪਏ। ਜਦੋਂ ਆਪਾ ਛੱਡ ਕੇ ਗੁਰੂ ਦੇ ਕੋਲ ਆਏਗਾ, ਗੁਰੂ ਤੇਰੇ ਜੀਵਨ ਨੂੰ ਸਬਰ ਨਾਲ ਭਰ ਦੇਗਾ। ਗੁਰੂ ਤੇਰੇ ਜੀਵਨ ਨੂੰ ਸੰਤੋਖੀ ਬਣਾ ਦੇਗਾ। ਗੁਰੂ ਤੇਰੇ ਜੀਵਨ ਨੂੰ ਦਇਆ ਦਾ ਘਰ ਬਣਾ ਦੇਗਾ। ਗੁਰ ਦਾਤਾ ਗੁਰ ਹਿਵੇਂ ਘਰ, ਗੁਰ ਦੀਪਕ ਪ੍ਰਕਾਸ਼ ਚਾਨਣ। ਗੁਰੂ ਸਾਡੇ ਜੀਵਨ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢਦਿਆਂ ਹੋਇਆਂ, ਕਰਮ ਕਾਂਡਾਂ ਵਹਿਮ ਭਰਮਾਂ ਦੇ ਪਖੰਡਾਂ ਦੇ ਵਿੱਚੋਂ ਕੱਢਦਿਆਂ ਹੋਇਆਂ ਚਾਨਣ ਵਿੱਚ ਲੈ ਆਏਗਾ। ਭਾਈ ਗੁਰਦਾਸ ਜੀ ਨੇ ਬਚਨ ਵਰਤਿਆ ਨਾ, ਗੁਰੂ ਨਾਨਕ ਸਾਹਿਬ ਜੀ ਨੂੰ ਤਸ਼ਬੀਹ ਦਿੰਦਿਆਂ ਹੋਇਆਂ, ਸੂਰਜ ਨਿਕਲਿਆ, ਸੂਰਜ ਨਾਲ ਤਸ਼ਬੀਹ ਦਿੱਤੀ ਹੈ, ਵਡਿਆਈ ਕੀਤੀ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ। ਸਹਿਬ ਪ੍ਰਕਾਸ਼ਮਾਨ ਗੁਰ ਦੀਪਕ ਤਿਹ ਲੋਏ। ਗੁਰੂ ਤੇਰੇ ਜੀਵਨ ਨੂੰ ਚਾਨਣ ਦੇ ਨਾਲ ਭਰ ਦੇਗਾ। ਅਗਿਆਨਤਾ ਤੇਰੇ ਜੀਵਨ ਵਿੱਚੋਂ ਖਤਮ ਹੋ ਜਾਏਗੀ ਜਦੋਂ ਤੂੰ ਗੁਰੂ ਦਾ ਪੱਲਾ ਫੜ ਲਏਗਾ, ਜਦੋਂ ਤੂੰ ਗੁਰੂ ਦੇ ਦਵਾਰ ਤੇ ਆ ਕੇ ਟਹਿ ਪਏਗਾ। ਇਸੇ ਕਰਕੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਨੇ ਬਿਲਾਵਲ ਰਾਗ ਦੇ ਵਿੱਚ ਬਚਨ ਵਰਤੇ ਤੇ ਸਾਡੇ ਜੀਵਨ ਨੂੰ ਸਮਝਾਇਆ। ਆਖਿਆ ਗੁਰੂ ਕਿੰਨੀਆਂ ਬਰਕਤਾਂ ਰਹਿਮਤਾਂ ਦਾ ਖਜ਼ਾਨਾ ਹੈ, ਭੰਡਾਰ ਹੈ। ਆ ਸਾਹਿਬ ਕਹਿੰਦੇ ਗੁਰੂ ਦੇ ਕੋਲ, ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਮਹਾਰਾਜ ਕਹਿੰਦੇ ਤੂੰ ਵੱਡਿਆਂ ਭਾਗਾਂ ਵਾਲਾ ਹੈ। ਆਪਾ ਤਿਆਗ ਕੇ ਗੁਰੂ ਦੇ ਕੋਲ ਆ ਗਿਆ ਤੇ ਗੁਰੂ ਤੇਰੇ ਜੀਵਨ ਨੂੰ ਹੁਣ ਕਿਵੇਂ ਸਵਾਰੇਗਾ ਵੇਖ। ਮਹਾਰਾਜ ਕਹਿੰਦੇ ਗੁਰੂ ਤੇਰੇ ਜੀਵਨ ਨੂੰ ਬੰਧਨਾਂ ਤੋਂ ਮੁਕਤ ਕਰ ਦੇਗਾ। ਕਿਵੇਂ ਕਰੇਗਾ? ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਤੇ ਕਰਨਾ ਕੀ ਪਵੇਗਾ? ਸਿਮਰ ਮਨਾ ਰਾਮ ਨਾਮ ਚਿਤਾਰੇ, ਚਿਤ ਲਾ ਕੇ। ਇਹ ਨਹੀਂ ਵੀ ਉੱਪਰੋਂ ਉੱਪਰੋਂ ਗੱਲੀ ਬਾਤੀ ਨਹੀਂ, ਗੱਲੀ ਬਾਤੀ ਨਹੀਂ। ਮਹਾਰਾਜ ਕਹਿੰਦੇ ਗੱਲੀ ਅਸੀਂ ਚੰਗੀਆਂ
ਆਚਾਰੀ ਬੁਰੀਆਂ। ਆਚਾਰ ਕਰਕੇ ਸਿੱਖਣਾ, ਆਚਾਰ ਕਰਕੇ ਗੁਰੂ ਦੀ ਜੀਵਨ ਨੂੰ ਆਪਣੇ ਜ਼ਿੰਦਗੀ ਦੇ ਅੰਦਰ ਕਬੂਲਣਾ, ਗੁਰੂ ਦੇ ਦੱਸੇ ਹੋਏ ਸਿਧਾਂਤ ਉਪਦੇਸ਼ ਨੂੰ। ਗੱਲਾਂ ਬਾਤਾਂ ਦਾ ਨਹੀਂ, ਗੱਲੀ ਜੇ ਸ਼ਾਹ ਪਾਈ ਹੈ। ਗੱਲਾਂ ਦੇ ਨਾਲ ਪ੍ਰਾਪਤੀ ਨਹੀਂ ਹੈ, ਕਰਮ ਦੇ ਨਾਲ ਪ੍ਰਾਪਤੀ ਹੈ। ਕਰਮ ਦੇ ਨਾਲ ਪ੍ਰਾਪਤੀ ਹੈ, ਗੱਲਾਂ ਨਾਲ ਨਹੀਂ। ਗੱਲਾਂ ਦੇ ਨਾਲ ਤਾਂ ਮਨੁੱਖ ਦਾ ਜੀਵਨ ਚੰਗਾ ਬਣ ਜਾਂਦਾ ਆ। ਸੁਚੱਜੀਆਂ ਗੱਲਾਂ ਕਰਦਾ ਹੈ ਬੰਦਾ, ਚੰਗੇ ਚੰਗੇ ਸ਼ਬਦਾਂ ਦੀ ਚੋਣ ਕਰਕੇ ਦੂਜੇ ਨੂੰ ਪ੍ਰਭਾਵਿਤ ਕਰਦਾ ਆ। ਪਰ ਅਸਲ ਵਿੱਚ ਵਿਚਾਰ ਵਿਹਾਰ ਕਿਰਦਾਰ ਕੀ ਹੈ ਜੀਵਨ ਦਾ, ਇਹ ਤਾਂ ਮਹਾਰਾਜ ਕਹਿੰਦੇ ਤੇਰੇ ਆਪਣੇ ਜੀਵਨ ਤੋਂ ਪਤਾ ਲੱਗਣਾ ਜਦੋਂ ਤੂੰ ਦੁਨੀਆ ਦੇ ਵਿੱਚ ਵਿਚਰਿਆ। ਦੁਨੀਆ ਦੇ ਵਿੱਚ ਵਿਚਰਿਆ। ਭਾਈ ਗੁਰਦਾਸ ਜੀ ਨੇ ਬਚਨ ਦਰਜ ਕੀਤੇ ਨਾ, ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਪੁੱਛਿਆ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਨਾ ਤੇ ਹਿੰਦੂ ਦੇ ਪੱਖ ਵਿੱਚ ਖਲੋਤੇ, ਨਾ ਮੁਸਲਮਾਨ ਦੀ ਗੱਲ ਕੀਤੀ ਹੈ। ਉਹਨਾਂ ਆਖਿਆ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਏ। ਜਿਹਦੇ ਕੋਲ ਸ਼ੁਭ ਅਮਲ ਹੀ ਨਹੀਂ ਹੈ, ਜਿਹਦੇ ਕੋਲ ਚੰਗਾ ਵਿਹਾਰ ਹੀ ਨਹੀਂ ਹੈ, ਗੱਲਾਂ ਬਾਤਾਂ ਦੇ ਨਾਲ ਤਾਂ ਸਾਰੇ ਚੰਗੇ ਬਣ ਜਾਂਦੇ। ਮਹਾਰਾਜ ਕਹਿੰਦੇ ਵਿਹਾਰ ਕਰਕੇ। ਇਹੋ ਹੀ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਬਹਾਦਰ ਸ਼ਾਹ ਨੇ ਪੁੱਛੀ ਹੈ। ਉਹ ਕਹਿੰਦੇ ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਮਹਾਰਾਜ ਨੇ ਕਰਮਤਾ ਦੀ ਪ੍ਰਧਾਨਤਾ ਦਿੰਦਿਆਂ ਹੋਇਆਂ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਦੀ ਗੱਲ ਕੀਤੀ ਹੈ। ਨਿਰਮਲ ਕਰਮ ਦੀ ਗੱਲ ਕੀਤੀ ਹੈ। ਅਤੇ ਇਹ ਨਿਰਮਲ ਕਰਮ ਹੀ ਸਾਡੇ ਜੀਵਨ ਨੂੰ ਮਨ ਲਾ ਕੇ ਗੁਰੂ ਨੂੰ ਚੇਤੇ ਕਰਨ ਦੇਣਗੇ। ਕਿਉਂਕਿ ਜਦੋਂ ਮਨ ਵਿੱਚ ਕੁਝ ਛੰਕੇ ਲੈ ਕੇ ਚੇਤੇ ਕਰਾਂਗੇ, ਹਾਂ ਸ਼ੰਕਿਆਂ ਦੀ ਨਿਵਰਤੀ ਕਰਨੀ ਹੈ ਅਤੇ ਬਾਣੀ ਵਿੱਚੋਂ ਸਮਝਿਆ ਜਾ ਸਕਦਾ ਹੈ। ਪਰ ਜੇ ਗੁਰੂ 'ਤੇ ਹੀ ਸ਼ੰਕਾ ਕਰਨਾ ਆ ਫਿਰ ਨਹੀਂ। ਆਪਣੇ ਮਨ ਦੇ ਕੁਝ ਸ਼ੰਕੇ ਨੇ, ਕੁਝ ਵਹਿਮ ਨੇ, ਭਰਮ ਨੇ, ਪਖੰਡ ਨੇ, ਉਹਨਾਂ ਨੂੰ ਤੋੜਨਾ ਚਾਹੁੰਦੇ ਹਾਂ ਤੇ ਸਹਿਜ ਪਾਠ ਰੂਪ ਬਾਣੀ ਨੂੰ ਪੜ੍ਹ ਕੇ ਵੇਖੀਏ। ਸਾਹਿਬ ਸਾਡੇ ਜੀਵਨ ਦੇ ਸ਼ੰਕਿਆਂ ਨੂੰ ਨਿਵਰਤ ਕਰ ਦੇਗਾ। ਇੰਨੀ ਬਰਕਤ ਹੈ ਉਹਦੇ ਵਿੱਚ। ਉਦੋਂ ਮਨ ਲਾ ਕੇ ਜਪਾਂਗੇ ਜਦੋਂ ਅਸੀਂ ਨਿਰਸਵਾਰਥ ਹੋ ਕੇ ਨਿਸ਼ਕਾਮਤਾ ਦੇ ਨਾਲ, ਜਦੋਂ ਨਿਸ਼ਕਾਮਤਾ ਦੇ ਨਾਲ ਗੁਰੂਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਆਵਾਂਗੇ, ਫਿਰ ਸੁਖਮਨੀ ਸਾਹਿਬ ਪਾਵਨ ਬਾਣੀ ਦੇ ਉਹ ਬੋਲ ਚੇਤੇ ਵਿੱਚ ਰੱਖੀਏ। ਸੁਖਮਨੀ ਸਾਹਿਬ ਪਾਵਨ ਬਾਣੀ ਦੇ ਉਹ ਬੋਲ ਚੇਤੇ ਵਿੱਚ ਰੱਖੀਏ ਜਦੋਂ ਗੁਰੂਦੇਵ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਸਾਹਿਬ ਆਖਦੇ ਨੇ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਕਿਵੇਂ ਹੁੰਦਾ ਹੈ? ਮਨ ਵੇਚੈ ਸਤਿਗੁਰ ਕੈ ਪਾਸ। ਆਪਣਾ ਮਨ ਗੁਰੂ ਨੂੰ ਦੇ ਦੇ, ਫਿਰ ਗੁਰੂ ਤੇਰੇ ਜੀਵਨ ਨੂੰ ਬਰਕਤਾਂ ਦੇ ਨਾਲ ਭਰ ਦੇਗਾ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹਿ ਹਿਰਦੈ ਗੁਰ ਚਰਨ ਪਿਆਰੇ। ਗੁਰੂ ਦੇ ਚਰਨ, ਹੁਣ ਕਿਹੜੇ ਨੇ ਗੁਰੂ ਦੇ ਚਰਨ? ਸਾਹਿਬ ਦੀ ਪਾਵਨ ਬਾਣੀ ਦਾ ਵਾਕ ਹੁਕਮਨਾਮੇ ਦੇ ਰੂਪ ਵਿੱਚ ਆਪਾਂ ਸ਼ਰਵਣ ਕਰਦੇ ਹਾਂ। ਗੁਰੂਦੇਵ ਪਾਤਸ਼ਾਹ ਮਹਾਰਾਜ ਆਖਦੇ ਨੇ, ਸਿੱਖ ਦੇ ਲਈ ਗੁਰੂ ਦਾ ਸ਼ਬਦ ਚਰਨ ਹੈ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਸਿੱਖ ਦੇ ਲਈ ਗੁਰੂ ਦਾ ਸ਼ਬਦ ਚਰਨ ਹੈ। ਅਤੇ ਗੁਰੂ ਦਾ ਸ਼ਬਦ ਜਦੋਂ ਹਿਰਦੇ ਰੂਪ ਘਰ ਵਿੱਚ, ਹਿਰਦੇ ਵਿੱਚ ਆ ਕੇ ਟਿਕਦਾ ਹੈ, ਬਸ ਰਹਿ ਹਿਰਦੈ ਗੁਰ ਚਰਨ ਪਿਆਰੇ। ਰਹਾਉ ਦਾ ਵਿਸ਼ਰਾਮ ਦੇ ਕੇ ਕਹਿੰਦੇ, ਮਾਲਕ ਤੈਨੂੰ ਕਿੰਨਾ ਬੰਧਨਾਂ ਤੋਂ ਮੁਕਤ ਕਰਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਮਨ ਲੀਨਾ, ਇਹਦੇ ਵਿੱਚ ਸਾਡਾ ਮਨ ਲੀਨਿਆ ਪਿਆ ਹੈ। ਕ੍ਰੋਧ ਵਿੱਚ, ਲੋਭ ਵਿੱਚ, ਹਉਮੈ ਵਿੱਚ, ਕਾਮ ਵਿੱਚ। ਕਾਮ, ਕ੍ਰੋਧ, ਲੋਭ, ਮੋਹ, ਮਨ ਲੀਨਾ। ਬੰਧਨ ਕਾਟ ਮੁਕਤ ਗੁਰ ਕੀਨਾ। ਗੁਰੂ ਤੇਰੇ ਜੀਵਨ ਦੇ ਬੰਧਨ ਕੱਟ ਕੇ ਇਹਨਾਂ ਤੋਂ ਮੁਕਤ ਕਰ ਦਿੰਦਾ ਹੈ। ਜਿਉਂਦਿਆਂ ਜੀ ਤੇਰੇ ਜੀਵਨ ਨੂੰ ਮੁਕਤ ਕਰ ਦਿੰਦਾ ਹੈ।
ਤੇ ਫਿਰ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਤਾਂ ਜਦੋਂ ਗੁਰੂ ਦੇ ਗਿਆਨ ਦਾ ਪ੍ਰਕਾਸ਼ ਤੇਰੇ ਜੀਵਨ ਦੇ ਵਿੱਚ ਹੋਏਗਾ। ਤੇ ਪ੍ਰਕਾਸ਼ ਹੋਵੇਗਾ ਕਿਵੇਂ? ਜਦੋਂ ਮਹਾਰਾਜ ਦੀ ਸਹਿਜ ਪਾਠ ਪਾਵਨ ਬਾਣੀ ਅਸੀਂ ਆਪ ਪੜ੍ਹਨ ਦਾ ਯਤਨ ਕਰਾਂਗੇ। ਜਦੋਂ ਮਹਾਰਾਜ ਦੇ ਕੋਲ ਇਸ ਭਾਵਨਾ ਦੇ ਨਾਲ ਆਵਾਂਗੇ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਅਵਗੁਣ ਹਮਾਰੇ। ਜਦੋਂ ਆਖਾਂਗੇ ਮਹਾਰਾਜ ਨੂੰ ਦਇਆ ਕਰੋ, ਕਿਛ ਮੇਰੋ ਪਾਵੋ, ਡੁੱਬਦੇ ਪੱਥਰ ਤਾਰੇ। ਜੀੜਾ ਅਗਨ ਬਰਾਬਰ ਤਪੈ, ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਆਪਾਂ। ਜੀੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਜਦੋਂ ਹੁਕਮ ਦੀ ਪਹਿਚਾਣ ਆ ਜਾਏਗੀ, ਜਦੋਂ ਹੁਕਮ ਨੂੰ ਮੰਨਣ ਦਾ ਸੁਭਾਅ ਜੀਵਨ ਦੇ ਅੰਦਰ ਪੈ ਜਾਏਗਾ, ਫਿਰ ਮਹਾਰਾਜ ਕਹਿੰਦੇ ਸੁੱਖ ਤੇਰੇ ਜੀਵਨ ਦੇ ਅੰਦਰ ਨਸੀਬ ਹੋਣਗੇ। ਪਰ ਇਹ ਹੋ ਤਾਂ ਸਕਦੇ ਨੇ ਜੇ ਅਸੀਂ ਵਾਕਿਆ ਹੀ ਗੁਰੂ ਦੇ ਕੋਲ ਸਮਰਪਣ ਭਾਵਨਾ ਦੇ ਨਾਲ ਆਈਏ, ਜਿਵੇਂ ਬਾਬਾ ਲਹਿਣਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਆਏ। ਜਿਵੇਂ ਭਾਈ ਲਹਿਣਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ, ਜਿਵੇਂ ਭਾਈ ਜੇਠਾ ਜੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਨੂੰ ਆਪਣੇ ਜੀਵਨ ਦੇ ਅੰਦਰ ਕਬੂਲਦੇ ਨੇ। ਕੋਈ ਉਹ ਵੀ ਸਮਾਂ ਸੀ, ਚੋਨਾਮੰਦੀ ਲਾਹੌਰ ਵਿੱਚ ਪੈਦਾ ਹੋਏ, ਮਾਂ ਬਾਪ ਚੜ੍ਹਾਈ ਕਰ ਗਿਆ, ਛੋਟੀ ਉਮਰੇ ਮਾਂ ਨਾਨੀ ਬਾਸਰ ਕੇ ਰਹਿ ਕੇ ਜੀਵਨ ਪਲਿਆ, ਵੱਡਾ ਹੋਇਆ, ਗੋਇੰਦਵਾਲ ਦੀ ਧਰਤੀ ਤੇ ਆਏ, ਉੱਥੇ ਰਹਿ ਕੇ ਆਪਣੇ ਜੀਵਨ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰਨ ਕੀਤਾ। ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਰਨ ਛਤਰ ਛਾਇਆ ਹੇਠ ਰਹਿ ਕੇ ਜੀਵਨ ਦੀਆਂ ਜੀਵਨ ਨਾਲ ਸੇਵਾਵਾਂ ਨਿਭਾਈਆਂ, ਹੱਥੀਂ ਕਰਮ ਕੀਤਾ। ਗੁਰਦੇਵ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਇਆਲ ਮਿਹਰਬਾਨ ਉਹਦੇ ਜੀਵਨ ਦੇ ਉੱਪਰ ਹੋਏ। ਕੋਈ ਵੇਲਾ ਸੀ ਜਦੋਂ ਕਹਿੰਦੇ ਸੀ ਇਹ ਅਨਾਥ ਹੈ। ਭਾਈ ਜੇਠੇ ਨਾਲ ਆਪਣੇ ਬੱਚਿਆਂ ਨੂੰ ਖੇਡਣ ਨਹੀਂ ਸੀ ਦਿੱਤਾ ਜਾਂਦਾ। ਮਾਵਾਂ ਆਪਣੇ ਬੱਚੇ ਭਾਈ ਜੇਠਾ ਜੀ ਦੇ ਲਾਗੋਂ ਲੈ ਜਾਇਆ ਕਰਦੀਆਂ ਸਨ। ਉਹ ਵੀ ਵੇਲਾ ਸੀ। ਅੱਜ ਉਹੋ ਹੀ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਅੱਜ ਉਹ ਕਿੰਨੇ ਅਨਾਥਾਂ ਨੂੰ ਸ਼ਰਨ ਦੇਣ ਵਾਲਾ ਹੈ, ਕਿੰਨਿਆਂ ਭੁੱਖਿਆਂ ਦੀ ਭੁੱਖ ਦੂਰ ਕਰਨ ਵਾਲਾ ਹੈ। ਗੁਰੂ ਬਰਕਤਾਂ ਦਾ ਘਰ ਹੈ, ਰਹਿਮਤਾਂ ਦਾ ਖਜ਼ਾਨਾ ਹੈ। ਨਿਆਮਤਾਂ ਸਿੱਖ ਦੇ ਜੀਵਨ ਦੇ ਅੰਦਰ ਬਖਸ਼ਿਸ਼ ਕਰਨ ਵਾਸਤੇ ਬਹੁਤ ਨੇ ਉਹਦੇ ਕੋਲ। ਇੱਕ ਵਾਰ ਮਾਲਕ ਦੇ ਚਰਨਾਂ ਵਿੱਚ ਆਈਏ। ਗੁਰ ਦੀਪਕ ਤਿਹ ਲੋਏ, ਅਮਰ ਪਦਾਰਥ ਨਾਨਕਾ, ਮਨ ਮਾਨਿਐ ਸੁਖ ਹੋਏ। ਜੇ ਗੁਰੂ ਦੀ ਗੱਲ ਮੰਨ ਲਈਏ, ਜੇ ਗੁਰੂ ਦੀ ਗੱਲ ਨੂੰ ਆਪਣੇ ਜੀਵਨ ਅੰਦਰ ਕਬੂਲ ਕਰ ਲਈਏ, ਫਿਰ ਮਹਾਰਾਜ ਆਖਦੇ ਨੇ ਅਮਰ ਪਦਾਰਥ ਨਾਨਕਾ, ਮਨ ਮਾਨਿਐ ਸੁਖ ਹੋਏ। ਸੁਖ ਤਾਂ ਜੀਵਨ ਵਿੱਚ ਆਵੇਗਾ ਜੇ ਅਸੀਂ ਹੁਕਮ ਦੀ ਪਹਿਚਾਣ ਕਰ ਲਾਂਗੇ। ਜੋ ਗੁਰ ਕਹੈ ਸੋਈ ਭਲ ਮਾਨੋ। ਜੋ ਗੁਰੂ ਨੇ ਕਿਹਾ ਉਹਨੂੰ ਆਪਣੇ ਜੀਵਨ ਦੇ ਅੰਦਰ ਕਬੂਲ ਕੀਤਾ। ਫਿਰ ਮਹਾਰਾਜ ਕਹਿੰਦੇ ਸਾਡੇ ਜੀਵਨ ਅੰਦਰ ਸੁੱਖ, ਸਹੂਲਤਾਂ, ਸਾਧਨ, ਸਹਿਜ ਸੁਭਾਅ, ਧੀਰਜ, ਦਇਆ, ਇਹ ਸਭੇ ਕੁਝ ਸਾਡੇ ਜੀਵਨ ਦੇ ਅੰਦਰ ਆਪ ਆ ਜਾਏਗਾ ਜੇ ਅਸੀਂ ਗੁਰੂ ਦੀ ਬਾਣੀ ਨੂੰ, ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਅੰਦਰ ਕਮਾਉਂਦਿਆਂ ਹੋਇਆਂ ਇਸ ਤਰ੍ਹਾਂ ਅਰਦਾਸ ਦੇ ਰੂਪ ਵਿੱਚ ਇਹ ਸ਼ਬਦ ਪੜ੍ਹੀਏ ਮਾਲਕ ਦੇ ਚਰਨਾਂ ਵਿੱਚ ਢਹਿ ਕੇ ਕਿ ਸੱਚੇ ਪਾਤਸ਼ਾਹ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਭੱਟ ਕੀਰਤ ਸਾਹਿਬ ਜੀ ਤਾਂ ਇੱਥੋਂ ਤੱਕ ਬਾਣੀ ਵਿੱਚ ਬਚਨ ਵਰਤਦਿਆਂ ਆਖਦੇ ਨੇ, ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਮਾਲਕ ਦੀ ਸ਼ਰਨ ਵਿੱਚ ਪਈਏ, ਕਬੂਲੀਏ ਮਾਲਕ ਦੀ ਸ਼ਰਨ ਨੂੰ, ਅਰਦਾਸ ਬੇਨਤੀ ਕਰਿਆ ਕਰੀਏ, ਸਹਿਜ ਪਾਠ ਨਾਲ ਜੁੜਨ ਦਾ ਯਤਨ ਕਰੀਏ। ਸਹਿਜ ਪਾਠ ਕਰਦਿਆਂ ਹੋਇਆਂ ਸਾਡਾ ਸਾਰਿਆਂ ਦਾ ਜੀਵਨ ਗੁਰੂ ਨਾਨਕ ਬਾਬੇ ਦੇ ਘਰ ਵਿੱਚ ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਂਗ ਪ੍ਰਵਾਨ ਹੋ ਸਕੇ।
ਸਭਨਾਂ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਆਪ ਪਾਵਨ ਬਾਣੀ ਪੜ੍ਹੀਏ, ਭੁੱਲਾਂ ਸਤਿਗੁਰੂ ਬਖਸ਼ਣ ਯੋਗ ਨੇ। ਬੁਲਾਓ ਫਤਿਹ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मात पिता हम बारिक तेरे, तुमरी कृपा में सुख कनेरे। कोई न जाने तुमरा अंत, ऊँचे ते ऊँचा भगवंत। सगल समग्री तुमरे सूतर तारी, तुम ते होए सो आज्ञाकारी। तुमरी गत मित तुम ही जानी, नानक दास सदा कुर्बानी। अरदास एक ओंकार। वाहिगुरू जी की फतेह। श्री भगवती जी सहाय। वार श्री भगवती जी की पातशाही दसवीं। प्रथम भगवती सिमर कै गुरु नानक लाइन ते आए, फिर अंगद गुर ते अमरदास। रामदासे होई सहाय, अर्जन हर गोबिंद नौ। सिमरौं श्री हर राय, श्री हर कृष्ण ते आईए। जिस डिठे सब दुख जाए, तेग बहादुर सिमरै घर नौनी दावे धाए। सब थाई होए सहाय, दसवां पातशाह श्री गुरु गोबिंद सिंह साहिब जी। सब थाई होए सहाय, दसां पातशाहियां दी जोत। श्री गुरु ग्रंथ साहिब जी दे